हाँ जी, देख रहे हो विजन पंजाब। लईए फिर खबरां दी खबर। जी हाँ, प्रोग्राम खबरां दी खबर 'ਚ ਤੁਹਾਡਾ स्वागत है। दोस्तों, अक्सर ਜਦੋਂ ਮੈਨੂੰ ਲੱਗਦਾ ਕਿ ਆ ਸੰਪਾਦਕੀ ਆ ਲੇਖ ਵਿਜ਼ਨ ਪੰਜਾਬ ਦੇ ਦਰਸ਼ਕਾਂ ਤੱਕ ਅੱਪੜੇ ਤਦ ਮੈਂ ਅਕਸਰ ਤੁਹਾਡੇ ਕੋਲ ਲੈ ਕੇ ਹਾਜ਼ਰ ਹੁੰਦਾ। ਜਦੋਂ ਅੰਕ ਮੈਂ ਦੇਖ ਰਿਹਾ ਸੀਗਾ ਤਾਂ ਉਸ ਅੰਕ ਦੇ ਵਿੱਚ 75ਵੀਂ ਆਜ਼ਾਦੀ ਉਤਸਵ ਨੂੰ ਲੈ ਕੇ ਸਵਰਾਜ ਵੀਰ ਹੋਰਾਂ ਦਾ ਲੇਖ, ਇਸੇ ਤਰ੍ਹਾਂ ਗੁਰਬਚਨ ਜਗਤ ਹੋਰਾਂ ਦਾ ਲੇਖ, ਤਾਂ ਮੈਨੂੰ ਲੱਗਿਆ ਕਿ ਦਰਸ਼ਕਾਂ ਤੱਕ ਜਾਣਾ ਬਹੁਤ ਜ਼ਰੂਰੀ ਆ। ਖਾਸ ਕਰ ਸਵਰਾਜ ਵੀਰ ਹੋਰਾਂ ਦੀ ਸੰਪਾਦਕੀ ਆਜ਼ਾਦੀ ਦੇ 75 ਵਰ੍ਹੇ। ਸੋ ਇਸ ਹਵਾਲੇ ਨਾਲ ਕਿ ਨਾ ਆਜ਼ਾਦੀ ਦੇ 75 ਵਰ੍ਹਿਆਂ 'ਚ ਅਸੀਂ ਕੀ ਪਾਇਆ, ਕੀ ਗਵਾਇਆ, ਕੀ ਸਾਨੂੰ ਹਾਸਲ ਹੋ ਗਿਆ, ਅਸੀਂ ਕਿੱਥੇ ਖਲੋਤੇ ਹਾਂ, ਉੱਥੇ ਝਾਤ ਮਾਰਨੀ ਹੋਵੇ, ਜਾਂ ਇਸੇ ਤਰ੍ਹਾਂ ਗੁਰਬਚਨ ਜਗਤ ਹੋਰਾਂ ਦਾ ਆਜ਼ਾਦੀ ਸੋਚ ਵਿਚਾਰਾਂ ਦਾ ਵੇਲਾ। ਸੋ ਇਸ ਹਵਾਲੇ ਨਾਲ ਜਦੋਂ ਮੈਂ ਦੇਖਦਾ ਤਾਂ ਮੈਂ ਉਹ ਸੰਪਾਦਕੀ ਤੋਂ ਸ਼ੁਰੂ ਕਰਨਾ ਚਾਹੁੰਦਾ ਜਿਹੜਾ ਸਵਰਾਜ ਵੀਰ ਹੋਰਾਂ ਦੀ ਛਪੀ ਆਜ਼ਾਦੀ ਦੇ 75 ਵਰ੍ਹੇ। ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ। ਇਹਨਾਂ ਸਮਿਆਂ ਵਿੱਚ ਇਹ ਤਸੱਵਰ ਕਰਨਾ ਕਿ ਕੋਈ ਦੇਸ਼ ਜਾਂ ਲੋਕ ਕਿਸੇ ਹੋਰ ਦੇਸ਼ ਜਾਂ ਕੌਮ ਦੇ ਗੁਲਾਮ ਵੀ ਹੋ ਸਕਦੇ ਹਨ ਬਹੁਤ ਮੁਸ਼ਕਲ ਹੈ। ਪਰ ਗੁਲਾਮੀ ਅਤੇ ਬਸਤੀਵਾਦ ਅਜਿਹੀਆਂ ਇਤਿਹਾਸਕ ਸੱਚਾਈਆਂ ਹਨ ਜਿਹੜੀਆਂ ਦੇਸ਼ਾਂ, ਕੌਮਾਂ ਅਤੇ ਲੋਕਾਂ ਨੇ ਆਪਣੀ ਪਿੰਡਿਆਂ 'ਤੇ ਹੰਢਾਈਆਂ। ਏਸ਼ੀਆ, ਅਫਰੀਕਾ ਅਤੇ ਅਮਰੀਕਾ ਦੇ ਦੇਸ਼ ਗੁਲਾਮ ਰਹੇ ਅਤੇ ਉਹਨਾਂ ਨੇ ਸੰਘਰਸ਼ ਕਰਕੇ ਆਜ਼ਾਦੀ ਪ੍ਰਾਪਤ ਕੀਤੀ। ਬਸਤੀਵਾਦ ਦੌਰਾਨ ਯੂਰਪ ਦੇ ਦੇਸ਼ਾਂ ਵਿੱਚ ਇਹ ਵਿਚਾਰ ਬਹੁਤ ਤੇਜ਼ੀ ਨਾਲ ਉੱਭਰਿਆ ਸੀ ਕਿ ਉਹ ਸੱਭਿਅਕ, ਸਨਅਤੀ ਅਤੇ ਸਮਾਜਿਕ ਤੌਰ 'ਤੇ ਤਰੱਕੀ ਕਰ ਚੁੱਕੇ ਦੇਸ਼ ਅਤੇ ਕੌਮਾਂ ਹਨ ਅਤੇ ਉਹਨਾਂ ਨੂੰ ਏਸ਼ੀਆ, ਅਫਰੀਕਾ ਅਤੇ ਅਮਰੀਕਾ ਬਸਤੀਆਂ ਬਣਾਉਣ, ਉੱਥੋਂ ਦੇ ਕੁਦਰਤੀ ਖਜ਼ਾਨੇ ਲੁੱਟਣ ਅਤੇ ਉੱਥੋਂ ਦੇ ਲੋਕਾਂ ਨੂੰ ਜਬਰੀ ਗੁਲਾਮ ਬਣਾਉਣ ਦਾ ਅਧਿਕਾਰ ਪ੍ਰਾਪਤ ਹੈ। ਇਸ ਵਿਚਾਰ ਦੀ ਭੌਤਿਕ ਵਿਸਾਤ ਇਹਨਾਂ ਦੇਸ਼ਾਂ ਵਿੱਚ ਹੋਈ ਵਿਗਿਆਨਕ ਅਤੇ ਸਨਅਤੀ ਤਰੱਕੀ ਸੀ ਜਿਸ ਨੇ ਉਹਨਾਂ ਨੂੰ ਵੱਡੀਆਂ ਸਮੁੰਦਰੀ ਫੌਜਾਂ, ਆਧੁਨਿਕ ਹਥਿਆਰਾਂ ਅਤੇ ਅਸਲੇ ਦੇ ਮਾਲਕ ਬਣਾ ਦਿੱਤਾ ਸੀ। ਪੁਰਤਗਾਲੀਆਂ, ਡੱਚਾਂ, ਫਰਾਂਚੀਆਂ ਅਤੇ ਅੰਗਰੇਜ਼ਾਂ ਸਭ ਨੇ ਭਾਰਤ ਵਿੱਚ ਬਸਤੀਆਂ ਬਣਾਈਆਂ, ਪਰ ਅੰਗਰੇਜ਼ਾਂ ਨੇ ਬਾਕੀ ਸਾਮਰਾਜੀ ਤਾਕਤਾਂ ਨੂੰ ਹਰਾ ਕੇ ਆਪਣਾ ਸਾਮਰਾਜ ਸਥਾਪਿਤ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਸਾਮਰਾਜ ਸਥਾਪਿਤ ਕਰਨ ਵਾਲੀ ਸ਼ਕਤੀ ਇੰਗਲੈਂਡ ਦੀ ਸਰਕਾਰ ਨਹੀਂ, ਸਗੋਂ ਉੱਥੋਂ ਦੀ ਵਪਾਰਕ ਕੰਪਨੀ ਈਸਟ ਇੰਡੀਆ ਕੰਪਨੀ ਸੀ ਜਿਸ ਨੂੰ ਸਰਕਾਰ ਦੀ ਹਮਾਇਤ ਹਾਸਲ ਸੀ। ਇਸ ਕੰਪਨੀ ਨੇ ਵਪਾਰ, ਧੋਖੇ ਅਤੇ ਮੁਕਾਮੀ ਲੋਕਾਂ ਵਿਚਾਲੇ ਫੁੱਟ ਨੂੰ ਆਪਣੀ ਤਾਕਤ ਮਜ਼ਬੂਤ ਕਰਨ ਲਈ ਵਰਤਿਆ। ਵਿਦੇਸ਼ੀ ਕੰਪਨੀਆਂ ਦੁਆਰਾ ਬਿਹਾਰ, ਬੰਗਾਲ ਅਤੇ ਹੋਰ ਲਾਗਲੇ ਇਲਾਕਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਜਬਰੀ ਮਜ਼ਦੂਰੀ ਲਈ ਮਾਰੀਸ਼ਸ, ਸੈਂਚਲਸ, ਸੂਰੀਨਾਮ, ਫੀਜੀ, ਟ੍ਰਿਨੀਡਾਡ ਅਤੇ ਟੋਬਾਗੋ ਅਤੇ ਹੋਰ ਬਸਤੀਆਂ ਵਿੱਚ ਭੇਜਿਆ ਗਿਆ। ਉਸ ਵੇਲੇ ਭਾਰਤ ਵਿੱਚ ਮੁਗਲ ਸਾਮਰਾਜ ਬਿਖਰ ਚੁੱਕਾ ਸੀ ਅਤੇ ਵੱਖੋ-ਵੱਖ ਖੇਤਰਾਂ ਵਿੱਚ ਖੇਤਰੀ ਸ਼ਕਤੀਆਂ ਹਾਕਮ ਸਨ। ਉਹਨਾਂ ਦਾ ਕਿਰਦਾਰ ਜਗੀਰਦਾਰੀ ਵਾਲਾ ਅਤੇ ਆਪੋ ਆਪਣੇ ਖੇਤਰ ਵਿੱਚ ਆਪਣੀ ਤਾਕਤ ਕਾਇਮ ਰੱਖਣ ਤੱਕ ਸੀਮਤ ਸੀ। ਉਹ ਵਿਦੇਸ਼ੀ ਤਾਕਤ ਵਿਰੁੱਧ ਸਾਂਝੀ ਲੜਾਈ ਲੜਨ ਦੇ ਅਸਮਰੱਥ ਸਨ। ਇਹੋ ਜਿਹਾ ਯਤਨ ਸਿਰਫ 1957 ਵਿੱਚ ਹੋਇਆ ਜਿਸ ਨੂੰ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਾਂ ਗਦਰ ਦੇ ਨਾਂ ਨਾਲ ਯਾਦ ਕੀਤਾ ਜਾਂਦਾ। ਇਸ ਤੋਂ ਪਹਿਲਾਂ ਮੈਸੂਰ, ਟੀਪੂ ਸੁਲਤਾਨ, ਪੰਜਾਬ, ਖਾਲਸਾ ਸਰਕਾਰ ਅਤੇ ਹੋਰ ਖੇਤਰਾਂ ਵਿੱਚ ਅੰਗਰੇਜ਼ਾਂ ਵਿਰੁੱਧ ਗਹਿ-ਗਚ ਲੜਾਈਆਂ ਹੋਈਆਂ ਹਨ, ਪਰ ਕਾਮਯਾਬੀ ਅੰਗਰੇਜ਼ਾਂ ਨੂੰ ਮਿਲੀ। 1957 ਦਾ ਵਿਦਰੋਹ ਦੇਸ਼ ਵਿਆਪੀ ਹੋਣ ਦੇ ਬਾਵਜੂਦ ਕਾਮਯਾਬੀ ਦੀ ਮੰਜ਼ਿਲ ਤੱਕ ਨਾ ਪਹੁੰਚ ਸਕਿਆ। 1957 ਤੋਂ ਬਾਅਦ ਇੰਗਲੈਂਡ ਸਰਕਾਰ ਦੀ ਸਿੱਧੀ ਹਕੂਮਤ ਸਥਾਪਿਤ ਹੋਈ, ਪਰ ਦੇਸ਼ ਦੇ ਕੁਦਰਤੀ ਖਜ਼ਾਨਿਆਂ ਦੀ ਲੁੱਟ ਉਸੇ ਤਰ੍ਹਾਂ ਜਾਰੀ ਰਹੀ। ਇਹੀ ਨਹੀਂ, ਨੌਜਵਾਨਾਂ ਨੂੰ ਜਬਰੀ ਫੌਜ ਵਿੱਚ ਭਰਤੀ ਕੀਤਾ ਗਿਆ ਅਤੇ ਭਾਰਤੀ ਫੌਜੀਆਂ ਨੇ ਅੰਗਰੇਜ਼ਾਂ ਲਈ ਨਾ ਸਿਰਫ ਕਈ ਮੁਹਾਜ਼ਾਂ 'ਤੇ ਜਿੱਤ ਪ੍ਰਾਪਤ ਕੀਤੀ, ਸਗੋਂ ਪਹਿਲੀ ਅਤੇ ਦੂਸਰੀ ਆਲਮੀ ਜੰਗ ਵਿੱਚ ਲੱਖਾਂ ਭਾਰਤੀ ਫੌਜੀ ਅੰਗਰੇਜ਼ਾਂ ਦੇ ਸਾਮਰਾਜੀ ਹਿੱਤਾਂ ਦੀ ਰਾਖੀ ਕਰਦੇ ਮਾਰੇ ਗਏ। 1857 ਤੋਂ ਬਾਅਦ ਅੰਗਰੇਜ਼ਾਂ ਨੇ ਫੌਜਾਂ ਦੀਆਂ ਰੈਜੀਮੈਂਟਾਂ ਦੀ ਬਣਤਰ ਧਰਮ, ਜਾਤਾਂ ਅਤੇ ਖੇਤਰਾਂ ਦੇ ਆਧਾਰ 'ਤੇ ਕੀਤੀ ਤਾਂ ਕਿ ਉਹਨਾਂ ਵਿੱਚ ਕਦੀ ਵੀ ਏਕਤਾ ਨਾ ਹੋ ਸਕੇ। ਕੌਮੀ ਪੱਧਰ ਉੱਤੇ ਦੇਸ਼ ਦੀ ਆਜ਼ਾਦੀ ਸੰਘਰਸ਼ ਦੀ ਅਗਵਾਈ ਕਾਂਗਰਸ ਨੇ ਕੀਤੀ। ਪੰਜਾਬ ਵਿੱਚ ਕੂਕਾ ਲਹਿਰ, ਪਗੜੀ ਸੰਭਾਲ ਜੱਟਾ ਲਹਿਰ, ਗਦਰ ਲਹਿਰ, ਰੋਲਟ ਐਕਟ ਵਿਰੁੱਧ ਜਲ੍ਹਿਆਂਵਾਲੇ ਬਾਗ ਸਾਕੇ ਵਾਲੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਭਗਤ ਸਿੰਘ ਨਾਲ ਸੰਬੰਧਿਤ ਲਹਿਰ, ਕਿਸਾਨ ਮੋਰਚੇ ਅਤੇ ਹੋਰ ਸੰਘਰਸ਼ ਹੋਏ। ਇਹਨਾਂ ਵਿੱਚੋਂ ਗਦਰ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਸਨ। ਦੋਵੇਂ ਲਹਿਰਾਂ ਨੇ ਪੰਜਾਬ ਦੇ ਆਵਾਮ ਨੂੰ ਟੁੰਬਿਆ ਅਤੇ ਬਸਤੀਵਾਦੀ ਸਰਕਾਰ ਦੀ ਅਸਲ ਦੁਸ਼ਮਣ ਵਜੋਂ ਸ਼ਨਾਖਤ ਕੀਤੀ। ਪੰਜਾਬ ਦੇ ਨੌਜਵਾਨਾਂ ਨੇ ਨਿੱਜੀ ਅਤੇ ਛੋਟੇ-ਛੋਟੇ ਗਰੁੱਪਾਂ ਵਿੱਚ ਸ਼ਮੂਲੀਅਤ ਕਰਕੇ ਵੱਡੀਆਂ ਕੁਰਬਾਨੀਆਂ ਦਿੱਤੀਆਂ। ਕਾਂਗਰਸ ਨੇ ਸੱਤਿਆਗ੍ਰਹਿ, ਸਿਵਲ ਨਾਫਰਮਾਨੀ, ਡਾਂਡੀ ਮਾਰਚ, ਅੰਗਰੇਜ਼ੋ ਭਾਰਤ ਛੱਡੋ ਆਦਿ ਲਹਿਰਾਂ ਰਾਹੀਂ ਆਮ ਲੋਕਾਂ ਨੂੰ ਅੰਗਰੇਜ਼ਾਂ ਵਿਰੁੱਧ ਸੰਘਰਸ਼ ਦੇ ਰਾਹ 'ਤੇ ਪਾਇਆ। ਕਾਂਗਰਸ ਤੋਂ ਬਾਹਰ ਰਹਿ ਕੇ ਵੀ ਕਮਿਊਨਿਸਟਾਂ, ਸੋਸ਼ਲਿਸਟਾਂ, ਅਕਾਲੀ, ਖੇਤਰੀ ਅਤੇ ਕਬਾਇਲੀ ਗਰੁੱਪਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਇਆ।
ਇਸ ਅਜ਼ੀਮ ਸੰਘਰਸ਼ ਵਿੱਚ ਹਿੱਸਾ ਲੈਣ ਦੇ ਬਾਵਜੂਦ ਸਾਡੇ ਲੋਕ ਅਤੇ ਆਗੂ ਫਿਰਕਾ ਪ੍ਰਸਤੀ ਦੀ ਅੱਗ ਤੋਂ ਬਚ ਨਾ ਸਕੇ। ਅੰਗਰੇਜ਼ ਪਾੜੋ ਤੇ ਰਾਜ ਕਰੋ ਦੀ ਨੀਤੀ ਉੱਤੇ ਕੰਮ ਕਰਦੇ ਹੋਏ ਹਿੰਦੂਆਂ ਤੇ ਮੁਸਲਮਾਨਾਂ ਨੂੰ ਪਾੜਨ ਤੇ ਇੱਕ ਦੂਸਰੇ ਵਿਰੁੱਧ ਸਿਆਸਤ ਕਰਾਉਣ ਵਿੱਚ ਕਾਮਯਾਬ ਹੋਏ। ਹਿੰਦੂਆਂ ਤੇ ਮੁਸਲਮਾਨਾਂ ਦੀਆਂ ਫਿਰਕਾ ਪ੍ਰਸਤੀ ਜਥੇਬੰਦੀਆਂ ਨੂੰ ਅੰਗਰੇਜ਼ਾਂ ਦੀ ਸਰਪ੍ਰਸਤੀ ਹਾਸਲ ਸੀ। ਫਿਰਕੂ ਅੱਗ ਇੰਨੀ ਤੇਜ਼ੀ ਨਾਲ ਕੀਤੀ ਗਈ ਕਿ ਦੇਸ਼ ਦੀ ਵੰਡ ਤੋਂ ਸਿਵਾਏ ਕੋਈ ਹੋਰ ਚਾਰਾ ਨਾ ਬਚਿਆ। ਇਸ ਅੱਗ ਦਾ ਸੇਕ ਪੰਜਾਬ ਤੇ ਬੰਗਾਲ ਨੇ ਝੱਲਿਆ। ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਇਹਦੀ। ਪੰਜਾਬ ਦੀ ਵੰਡ ਵਿੱਚ 10 ਲੱਖ ਪੰਜਾਬੀ ਮਾਰੇ ਗਏ, ਲੱਖਾਂ ਲੋਕ ਉਜੜੇ ਤੇ ਬੇਘਰ ਹੋਏ, ਔਰਤਾਂ ਦੀ ਬੇਪਤੀ ਕੀਤੀ ਗਈ ਅਤੇ ਸਦੀਆਂ ਤੋਂ ਵੱਸਦੇ ਸਾਂਝੇ ਪੰਜਾਬ ਨੂੰ ਵੰਡ ਦਿੱਤਾ ਗਿਆ। ਇਸ ਲਈ ਪੰਜਾਬੀ ਜਦ ਵੀ ਆਜ਼ਾਦੀ ਦਿਹਾੜਾ ਮਨਾਉਂਦੇ ਹਨ ਤਾਂ ਉਹਨਾਂ ਦੇ ਮਨਾਂ ਵਿੱਚ 1947 ਦੀ ਵੰਡ ਅਤੇ ਉਜਾੜੇ ਦਾ ਸੱਲ ਤੇ ਦੁੱਖ ਵੀ ਉੱਭਰਦੇ ਹਨ। ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਕਾਮਯਾਬੀ ਦੇਸ਼ ਵਿੱਚ ਜਮਹੂਰੀਅਤ ਕਾਇਮ ਕਰਨਾ ਤੇ ਸੰਵਿਧਾਨ ਬਣਾਉਣਾ ਸੀ। 1940 ਵਿੱਚ ਬਸਤੀਵਾਦੀ ਤੋਂ ਮੁਕਤੀ ਪ੍ਰਾਪਤ ਕਰਨ ਵਾਲੇ ਦੇਸ਼ ਵਿੱਚੋਂ ਸਿਰਫ ਭਾਰਤ ਅਤੇ ਸ਼੍ਰੀਲੰਕਾ ਹੀ ਅਜਿਹੇ ਦੇਸ਼ ਹਨ ਜਿਨ੍ਹਾਂ ਵਿੱਚ ਜਮਹੂਰੀਅਤ ਕਾਇਮ ਹੋਈਆਂ ਅਤੇ ਰਹੀਆਂ। ਬਾਕੀ ਦੇਸ਼ਾਂ ਵਿੱਚ ਜਮਹੂਰੀਅਤ ਤਾਂ ਕਾਇਮ ਹੋਈਆਂ, ਪਰ ਜਲਦੀ ਫੌਜੀ ਰਾਜ ਪਲਟੇ ਹੋਏ ਅਤੇ ਹੁਕੂਮਤਾਂ ਫੌਜਾਂ ਅਤੇ ਤਾਨਾਸ਼ਾਹ ਦੇ ਹੱਥਾਂ ਵਿੱਚ ਚਲੀਆਂ ਗਈਆਂ। ਅਨੇਕਾਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ ਕਿ ਭਾਰਤ ਦਾ ਸੰਵਿਧਾਨ ਜਾਂ ਜਮਹੂਰੀਅਤ ਦੇ ਤੌਰ ਕਿਸ ਤਰ੍ਹਾਂ ਬਿਹਤਰ ਹੋ ਸਕਦੀ ਸੀ ਜਾਂ ਸੰਵਿਧਾਨਕ ਤੇ ਜਮਹੂਰੀ ਅਮਲ ਵਿੱਚ ਕੀ ਨੁਕਸ ਹਨ, ਪਰ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸੰਵਿਧਾਨ ਅਤੇ ਜਮਹੂਰੀ ਅਮਲ ਹੀ ਹਨ ਜਿਨ੍ਹਾਂ ਨੇ ਦੇਸ਼ ਅਤੇ ਲੋਕਾਂ ਨੂੰ ਵਿਕਸਿਤ ਅਤੇ ਸੰਘਰਸ਼ ਕਰਨ ਦੇ ਮੌਕੇ ਪ੍ਰਦਾਨ ਕੀਤੇ। ਕਿਸਾਨਾਂ, ਮਜ਼ਦੂਰਾਂ ਤੇ ਸਨਅਤੀ ਮਜ਼ਦੂਰਾਂ ਦੇ ਵਿਆਪਕ ਸੰਘਰਸ਼ ਵੀ ਜਮਹੂਰੀਅਤ ਕਾਰਨ ਸੰਭਵ ਹੋਏ ਅਤੇ ਬਹੁਤ ਸਾਰੇ ਮੁਹਾਜ਼ਿਆਂ ਤੇ ਲੋਕਾਂ ਨੇ ਜਿੱਤ ਪ੍ਰਾਪਤ ਕੀਤੀ। 75 ਸਾਲਾਂ ਵਿੱਚ ਬਹੁਤ ਕੁਝ ਇੱਦਾਂ ਦਾ ਹੋਇਆ ਜਿਸ ਉੱਤੇ ਲੋਕ ਮਾਣ ਕਰ ਸਕਦੇ ਹਨ। ਦੇਸ਼ ਨੇ ਪਾਕਿਸਤਾਨ ਅਤੇ ਚੀਨ ਵਿਰੁੱਧ ਜੰਗਾਂ ਲੜੀਆਂ ਅਤੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਇਆ। ਕਿਸੇ ਵੀ ਖਿੱਤੇ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਸਿੱਧਾ, ਪੱਧਰਾ ਅਤੇ ਜਸ਼ਨਮਈ ਨਹੀਂ ਹੁੰਦਾ। ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਦੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਸਾਵੇਂ ਆਰਥਿਕ ਵਿਕਾਸ ਨੇ ਲੋਕਾਂ ਨੂੰ ਬੇਰੁਜ਼ਗਾਰੀ ਅਤੇ ਨਿਰਾਸ਼ਾ ਵੱਲ ਧੱਕ ਦਿੱਤਾ। 1990 ਤੋਂ ਦੇਸ਼ ਦੀਆਂ ਆਰਥਿਕ ਨੀਤੀਆਂ ਬਦਲੀਆਂ ਅਤੇ ਕਾਰਪੋਰੇਟ ਅਤੇ ਵੱਡੇ ਵਪਾਰੀ ਘਰਾਣਿਆਂ ਦੀ ਤੂਤੀ ਬੋਲਣ ਲੱਗੀ। 1990 ਤੋਂ ਸ਼ੁਰੂ ਹੋਇਆ ਦੌਰ। ਇਸ ਦਾ ਕਾਰਨ ਜਨਤਕ ਖੇਤਰ ਦੀਆਂ ਆਪਣੀਆਂ ਅੰਦਰੂਨੀ ਕਮਜ਼ੋਰੀਆਂ ਅਤੇ ਸਰਕਾਰੀ ਨੀਤੀਆਂ ਸਨ। ਇਸ ਕਾਰਨ ਆਰਥਿਕ ਅਸਾਵਣ ਵਧਿਆ। ਇਸ ਸਮੇਂ ਦੇਸ਼ ਦੀ ਦੌਲਤ ਦਾ 40% ਤੋਂ ਜ਼ਿਆਦਾ ਹਿੱਸਾ ਸਿਖਰਲੇ 1% ਅਮੀਰਾਂ ਦੇ ਕੋਲ ਹੈ। ਦੇਸ਼ ਦੀ ਜਿੰਨੀ ਕੁੱਲ ਜਾਇਦਾਦ ਹੈ, ਕੁੱਲ ਆਮਦਨ ਹੈ, ਉਹਦਾ 40% ਕੁੱਲ ਦੌਲਤ ਦੇਸ਼ ਦੀ ਜਿੰਨੀ ਵੀ ਹੈ ਕਿਸੇ ਵੀ ਸੂਤਰਾਂ ਦੇ ਮਤਲਬ ਕੁੱਲ ਮਿਲਾ ਕੇ ਦੇਸ਼ ਦੀ ਜਿਹੜੀ ਦੌਲਤ ਹੈ ਉਹਦੀ 40% ਹਿੱਸਾ ਦੇਸ਼ ਦੇ ਸਿਖਰਲੇ 1% ਲੋਕਾਂ ਕੋਲ ਹੈ। ਆਹ ਹੈ ਜਿਹੜਾ ਕਾਣੀ ਵੰਡ, ਹੋਰ ਕੀ ਹੁੰਦੀ ਹੈ। ਅਮੀਰਾਂ ਕੋਲ ਹੈ, ਜਦੋਂ ਕਿ ਹੇਠਲੇ 50% ਲੋਕਾਂ ਦਾ ਦੇਸ਼ ਦੀ ਦੌਲਤ ਵਿੱਚ ਹਿੱਸਾ ਸਿਰਫ 2.58% ਹੈ ਅਤੇ ਦੇਸ਼ ਦੀ 50% ਆਬਾਦੀ ਅਜਿਹੀ ਹੈ ਜਿਨ੍ਹਾਂ ਕੋਲ ਕੁੱਲ ਜਾਇਦਾਦ ਦਾ ਸਿਰਫ 2.58% ਹੈ। ਕਿੰਨਾ ਪਾੜਾ ਹੈ, ਕਿੰਨੀ ਦੂਰੀ ਹੈ, ਇਹ ਨਹੀਂ ਪੂਰੀ ਹੋਣੀ। ਸੋ ਇਹਦੇ ਪਿੱਛੇ ਆਪਾਂ ਕੱਲ੍ਹ ਵੀ ਜਿਵੇਂ ਸਵਾਲ ਕਰ ਸੀ ਕੀ ਇਹਦੇ ਲਈ ਰਾਜਨੀਤਿਕ ਧਿਰਾਂ, ਸਰਕਾਰਾਂ, ਪਾਰਟੀਆਂ, ਪ੍ਰਸ਼ਾਸਨ, ਸੰਸਥਾਵਾਂ, ਸੰਗਠਨ ਕੌਣ ਜ਼ਿੰਮੇਵਾਰ ਹੈ। ਚਲੋ ਅੱਗੇ ਲਿਖਦੇ ਨੇ ਸਵਰਾਜ ਵੀਰ ਜੀ ਕਿ ਇਸ ਸਮੇਂ ਦੇਸ਼ ਦੀ ਦੌਲਤ ਦਾ 40% ਤੋਂ ਜ਼ਿਆਦਾ ਹਿੱਸਾ ਸਿਖਰਲੇ 1% ਅਮੀਰਾਂ ਕੋਲ ਹੈ, ਜਦੋਂ ਕਿ ਹੇਠਲੇ 50% ਲੋਕਾਂ ਦਾ ਦੇਸ਼ ਦੀ ਦੌਲਤ ਵਿੱਚ ਹਿੱਸਾ ਸਿਰਫ 2.58% ਹੈ। ਇਹੀ ਨਹੀਂ, ਇਸ ਦੌਰਾਨ ਦੇਸ਼ ਜਮਹੂਰੀ ਰਾਹ ਤੋਂ ਭਟਕਿਆ ਅਤੇ 1975-77 ਵਿੱਚ ਦੇਸ਼ ਵਿੱਚ ਐਮਰਜੈਂਸੀ ਲਗਾਈ ਗਈ। ਪੰਜਾਬ ਨੇ 1980 ਦਾ ਸੰਤਾਪ ਭੋਗਿਆ। 1984 ਵਿੱਚ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਅਤੇ ਨਵੰਬਰ 1984 ਵਿੱਚ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਵੱਡੇ ਪੱਧਰ 'ਤੇ ਕਤਲੇਆਮ ਹੋਇਆ। ਹਿੰਦੂ ਮੁਸਲਮਾਨ ਫਿਰਕਾ ਪ੍ਰਸਤੀ ਪਨਪਦੀ ਰਹੀ ਅਤੇ ਦੰਗੇ ਹੁੰਦੇ ਰਹੇ। ਹੁਣ ਵੀ ਦੇਸ਼ ਦੀ ਵੱਡੀ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਇਹਨਾਂ ਸਮਿਆਂ ਵਿੱਚ 2020-21 ਦੇ ਕਿਸਾਨ ਸੰਘਰਸ਼ ਨੇ ਲੋਕਾਂ ਨੂੰ ਆਸ ਦੀ ਕਿਰਨ ਦਿਖਾਈ ਕਿ ਲੋਕਾਂ ਦੀ ਏਕਤਾ ਨਾਲ ਹਕੂਮਤ ਦੇ ਲੋਕ ਵਿਰੋਧੀ ਕਦਮਾਂ ਦਾ ਵਿਰੋਧ ਅਸਰਦਾਰ ਢੰਗ ਨਾਲ ਕਰਕੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਕਿਸਾਨ ਲਹਿਰ ਨੇ ਗੁਰਦੁਆਰਾ ਸੁਧਾਰ ਲਹਿਰ ਅਤੇ ਸੱਤਿਆਗ੍ਰਹਿ ਦੀਆਂ ਯਾਦਾਂ ਨੂੰ ਮੁੜ ਸੁਰਜੀਤ ਕਰਕੇ ਲੋਕਾਂ ਨੂੰ ਉਰਜਿਤ ਕੀਤਾ। ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ। ਜਮਹੂਰੀਅਤ ਦੇ 75 ਵਰ੍ਹੇ ਪੂਰੇ ਹੋਣਾ ਗੌਰਵਮਈ ਪ੍ਰਾਪਤੀ ਹੈ। ਖੁਸ਼ੀਆਂ ਮਨਾਉਣ ਦੇ ਨਾਲ ਨਾਲ ਪੰਜਾਬੀ ਵੰਡ ਦੇ 75 ਵਰ੍ਹਿਆਂ ਨੂੰ ਵੀ ਯਾਦ ਕਰ ਰਹੇ ਨੇ। ਇਸ ਸਮੇਂ ਲੋਕਾਂ ਦੇ ਸਾਹਮਣੇ ਮਹਾਨ ਚੁਣੌਤੀਆਂ ਨੇ। ਸਭ ਤੋਂ ਵੱਡੀ ਚੁਣੌਤੀ ਜਮਹੂਰੀ ਤਾਕਤਾਂ ਦਾ ਸਾਂਝਾ ਮੁਹਾਜ਼ ਬਣਾਉਣਾ ਅਤੇ ਹੱਕ ਸੱਚ ਦੀ ਲੜਾਈ ਲੜਨ ਦੀ ਹੈ। ਇਸ ਸਮੇਂ ਨਾਗਰਿਕਾਂ ਦਾ ਫਰਜ਼ ਬਣਦਾ ਕਿ ਆਪਣੇ ਵਿਰਸੇ ਵਿੱਚੋਂ ਸੱਚ ਦੀ ਲੋਅ ਲੱਭਣ ਅਤੇ ਆਪਣੇ ਸਮਿਆਂ ਦੇ ਸੱਚ ਲਈ ਸੰਘਰਸ਼ ਕਰਨ। ਗੁਰੂ ਨਾਨਕ ਦੇਵ ਜੀ ਦਾ ਕਥਨ ਸਚੋਂ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੈ, ਭਾਵ ਸੱਚ ਕਦੇ ਪੁਰਾਣਾ ਨਹੀਂ ਹੁੰਦਾ, ਇੱਕ ਵਾਰੀ ਸੀਤਾ ਕਦੇ ਨਹੀਂ ਪਾਟਦਾ।
ਆਜ਼ਾਦੀ ਸੱਚ ਦੇ ਜਮਹੂਰੀਅਤ ਦਾ ਡੂੰਘਾ ਸੰਬੰਧ ਹੈ। ਇਹਨਾਂ ਵਿੱਚੋਂ ਕਿਸੇ ਇੱਕ ਉੱਤੇ ਲੱਗੀ ਚੋਟ ਜਾਂ ਜ਼ਖਮ ਦੂਸਰੇ ਵਰਤਾਰਿਆਂ ਨੂੰ ਜ਼ਖਮੀ ਕਰਦੀ ਹੈ। ਦੇਸ਼ ਭਗਤੀ ਦਾ ਅਸਲੀ ਤੱਤ ਲੋਕਾਂ ਨਾਲ ਪਿਆਰ ਅਤੇ ਉਹਨਾਂ ਦੀ ਮੁਸ਼ਕਲਾਂ ਨਜਿੱਠਣ ਵਿੱਚ ਹੈ। ਇਹ ਬੜੇ ਮੁਸ਼ਕਲ ਵੇਲੇ ਹਨ। ਇਹਨਾਂ ਵੇਲਿਆਂ ਵਿੱਚ ਆਪਣੇ ਵਡੇਰਿਆਂ ਅਤੇ ਦੇਸ਼ ਭਗਤਾਂ ਦੀਆਂ ਕੀਤੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਕੇ ਸੰਘਰਸ਼ ਕਰਦੇ ਆਜ਼ਾਦੀ ਅਤੇ ਜਮਹੂਰੀਅਤ ਦੀ ਰੱਖਿਆ ਕੀਤੀ ਜਾ ਸਕਦੀ ਹੈ। ਸੋ ਇਹ ਸਵਰਾਜ ਵੀਰ ਹੋਰਾਂ ਦੀ ਸੰਪਾਦਕੀ ਜਿਹੜੀ ਮੈਂ ਹੂਬਹੂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਕੁਝ ਇਸੇ ਤਰ੍ਹਾਂ ਦਾ ਹਵਾਲਾ ਦਿੰਦਾ ਇੱਕ ਲੇਖ ਗੁਰਬਚਨ ਜਗਤ ਹੋਰਾਂ ਦਾ, ਉਹ ਵੀ ਪੰਜਾਬੀ ਟ੍ਰਿਬਿਊਨ ਦਾ ਮੁੱਖ ਲੇਖ ਸੀਗਾ, ਆਜ਼ਾਦੀ ਸੋਚ ਵਿਚਾਰ ਦਾ ਵੇਲਾ। ਇਸ ਸਮੇਂ ਕਹਿੰਦੇ ਸੋਚ ਵਿਚਾਰ ਕਰਨ ਦੀ ਲੋੜ ਹੈ ਕਿ ਅਸੀਂ ਜਿਹੜੀ ਆਜ਼ਾਦੀ ਲਈ ਲੜੇ ਸੀ, ਜਿਹੜੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਸੀ, ਕਿ ਉਹੀ ਆਜ਼ਾਦੀ ਹੈ ਜਾਂ ਅਸੀਂ ਉਸ ਆਜ਼ਾਦੀ ਦੇ ਹਾਣ ਦੇ ਹੋ ਗਏ ਹਾਂ ਜਾਂ ਅਸੀਂ ਉਸ ਸੁਪਨਿਆਂ ਨੂੰ ਸਾਕਾਰ ਕਰਨ 'ਚ ਕਾਮਯਾਬ ਹੋਏ ਹਾਂ। ਸੋ ਕੁਝ ਅਜਿਹੇ ਸਵਾਲ, ਅਜਿਹੇ ਵਿਸਤਾਰ 'ਚ ਗੱਲਾਂ ਲੈ ਕੇ ਹਾਜ਼ਰ ਨੇ ਗੁਰਬਚਨ ਜਗਤ ਹੋਰੀ, ਜਿਹਨਾਂ ਦਾ ਸਰਲੇਖ ਹੈ ਉਹਨਾਂ ਦੇ ਲੇਖ ਦਾ ਆਜ਼ਾਦੀ ਸੋਚ ਵਿਚਾਰ ਦਾ ਵੇਲਾ। ਸਾਡੀ ਪੀੜ੍ਹੀ ਲਈ ਅਤੀਤ ਉੱਤੇ ਝਾਤ ਮਾਰਨ ਦਾ ਮਤਲਬ ਹੁੰਦਾ ਹੈ ਉਹਨਾਂ ਸਮਿਆਂ 'ਤੇ ਮੁੜ ਝਾਤ ਪਾਉਣੀ ਜਦੋਂ ਆਜ਼ਾਦੀ ਦੀ ਸਵੇਰ ਹੋ ਰਹੀ ਸੀ। ਉਦੋਂ ਸਾਡੇ ਬਾਲ ਮਨਾਂ ਨੂੰ ਇਹ ਚਿੱਤ ਚੇਤਾ ਵੀ ਨਹੀਂ ਸੀ ਕਿ ਆਜ਼ਾਦੀ ਦਾ ਮਤਲਬ ਕੀ ਹੁੰਦਾ ਹੈ ਅਤੇ ਇਸ ਦਾ ਕਿਹੋ ਜਿਹਾ ਅਸਰ ਪਵੇਗਾ। ਉਸ ਸਵੇਰ ਤੋਂ ਬਾਅਦ ਅਸੀਂ ਇਸ ਦੀ ਲੋਅ ਹੇਠ ਪਲ ਕੇ ਵੱਡੇ ਹੋਏ। ਅਸੀਂ ਆਪਣੇ ਮਾਪਿਆਂ ਤੋਂ ਸੁਣਦੇ ਹੁੰਦੇ ਸਾਂ ਕਿ ਉਹਨਾਂ ਦੇ ਕੰਮ ਧੰਦਿਆਂ ਅਤੇ ਤੌਰ ਤਰੀਕਿਆਂ ਵਿੱਚ ਕੀ ਬਦਲਾਅ ਆਏ ਹਨ। ਸਰਕਾਰੀ ਅਤੇ ਸਮਾਜੀ ਥਾਵਾਂ 'ਤੇ ਲੋਕਾਂ ਨਾਲ ਕੀਤਾ ਜਾਂਦਾ ਵਿਤਕਰਾ ਬੰਦ ਹੋ ਗਿਆ ਸੀ ਅਤੇ ਭਾਰਤ ਦੇ ਲੋਕ ਆਪਣੇ ਮਾਮਲਿਆਂ ਦੇ ਕਰਤਾ ਧਰਤਾ ਬਣ ਗਏ। ਲੋਕਤੰਤਰ, ਸੁਤੰਤਰਤਾ, ਆਜ਼ਾਦੀ, ਬਰਾਬਰੀ ਦਾ ਸਭ ਤੋਂ ਵਧੀਆ ਅਨੁਭਵ ਉਹਨਾਂ ਲੋਕਾਂ ਨੂੰ ਹੀ ਹੁੰਦਾ ਹੈ ਜਿਨ੍ਹਾਂ ਤੋਂ ਇਹ ਹੱਕ ਖੋਹ ਲਏ ਜਾਣ। ਪਿਛਲੀ ਸਦੀ ਦੇ 40ਵਿਆਂ ਦੇ ਅਖੀਰ ਅਤੇ 50ਵਿਆਂ ਦੇ ਸ਼ੁਰੂ ਵਿੱਚ ਸਕੂਲੀ ਬੱਚਿਆਂ ਦੇ ਤੌਰ ਉੱਤੇ ਸਾਨੂੰ ਨਵੀਂ ਮਿਲੀ ਆਜ਼ਾਦੀ ਦੀਆਂ ਕਹਾਣੀਆਂ, ਦੇਸ਼ ਦੀ ਵੰਡ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਸਨ। ਦੂਜੀ ਆਲਮੀ ਜੰਗ ਸ਼ੁਰੂ ਹੋ ਗਈ। ਪਹਿਲੀ ਵਾਰ ਪਰਮਾਣੂ ਹਥਿਆਰ ਵਰਤੇ ਗਏ ਅਤੇ ਇਹਨਾਂ ਦੇ ਨਾਲ ਹੀ ਅਮਰੀਕਾ ਅਤੇ ਰੂਸ ਦੀਆਂ ਫੌਜਾਂ ਦਾ ਪੈ ਮਨਾਂ ਵਿੱਚ ਘਰ ਬਣਾ ਲੈਂਦਾ ਸੀ। ਫਿਰ ਵੀ ਆਜ਼ਾਦੀ ਦਾ ਅਹਿਸਾਸ ਹੁੰਦਾ ਸੀ ਕਿਉਂਕਿ ਪੁਰਾਣੀਆਂ ਬਸਤੀਵਾਦੀ ਸ਼ਕਤੀਆਂ ਜੰਗ ਦੀ ਤਬਾਹੀ ਵਿੱਚ ਆਪਣੀਆਂ ਊਰਜਾਵਾਂ ਅਤੇ ਮਾਨਵ ਸ਼ਕਤੀਆਂ ਗਵਾ ਕੇ ਇੱਕ ਇੱਕ ਕਰਕੇ ਵਾਪਸ ਜਾ ਰਹੀਆਂ ਸਨ ਅਤੇ ਦੁਨੀਆ ਭਰ ਵਿੱਚ ਆਜ਼ਾਦੀ ਅਤੇ ਲੋਕਤੰਤਰ ਦੇ ਝੰਡੇ ਫਹਿਰਾਏ ਜਾ ਰਹੇ ਸਨ। ਇਸ ਦੇ ਨਾਲ ਹੀ ਰੂਸ ਅਤੇ ਚੀਨ ਦਾ ਸਾਮਵਾਦ, ਕਮਿਊਨਿਜ਼ਮ ਦੀ ਬਦਲਵੀਂ ਵਿਚਾਰਧਾਰਾ ਸਾਹਮਣੇ ਆ ਰਹੀ ਸੀ ਅਤੇ ਲਗਭਗ ਸਾਰਾ ਪੂਰਬੀ ਯੂਰਪ ਇਸ ਦੀ ਲਪੇਟ ਵਿੱਚ ਆ ਰਿਹਾ ਸੀ। ਇਸ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਹੁਣ ਇਤਿਹਾਸ ਦਾ ਹਿੱਸਾ ਹੈ। ਪਰ ਇੰਨਾ ਕਹਿਣਾ ਬਣਦਾ ਹੈ ਕਿ ਯੂਰਪ ਦੇ ਵੱਡੇ ਹਿੱਸੇ ਦੀ ਅਗਵਾਈ ਇਹਨਾਂ ਦੋਵੇਂ ਟਕਰਾਵੀਆਂ ਵਿਚਾਰਧਾਰਾਵਾਂ ਨੇ ਕੀਤੀ ਜਦੋਂ ਕਿ ਰਾਸ਼ਟਰਮੰਡਲ ਅਤੇ ਉੱਤਰੀ ਅਮਰੀਕੀ ਖਿੱਤੇ ਵਿੱਚ ਕਲਿਆਣਕਾਰੀ ਰਾਜ ਦਾ ਜ਼ੋਰ ਰਿਹਾ। ਇਹ ਉਹ ਪਸ਼ਮੰਜਰ ਸੀ ਜਿਸ ਵਿੱਚ ਸਾਡੇ ਉਮਰ ਵਰਗ ਨੇ ਪੜ੍ਹਾਈ ਕੀਤੀ ਅਤੇ ਫਿਰ ਰੁਜ਼ਗਾਰ ਹਾਸਲ ਕੀਤਾ। ਇਸ ਅੰਦਰ ਦੇਸ਼ ਭਗਤੀ ਦਾ ਜਜ਼ਬਾ ਠਾਠਾਂ ਮਾਰਦਾ ਸੀ ਅਤੇ ਆਪਣੇ ਵੱਡੇ ਵਡੇਰਿਆਂ ਦੇ ਨਕਸ਼ੇ ਕਦਮ 'ਤੇ ਚੱਲਣ ਦੀ ਤਾਂਘ ਸੀ। ਕਰੀਅਰ ਦੀ ਚੋਣ ਕਰਨੀ ਬਹੁਤ ਵੱਡਾ ਮਸਲਾ ਨਹੀਂ ਸੀ। 10ਵੀਂ ਪਾਸ ਕਰਨ ਤੋਂ ਬਾਅਦ ਹਥਿਆਰਬੰਦ ਦਸਤਿਆਂ ਦੇ ਪਿਛੋਕੜ ਵਾਲੇ ਨੌਜਵਾਨ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਦਾਖਲਾ ਲੈ ਲੈਂਦੇ ਸਨ, ਜਦੋਂ ਕਿ ਦੂਜਿਆਂ ਨੂੰ ਮੈਡੀਕਲ ਜਾਂ ਇੰਜੀਨੀਅਰ ਵਿੱਚ ਚੋਂ ਕਿਸੇ ਇੱਕ ਦੀ ਚੋਣ ਕਰਨੀ ਪੈਂਦੀ ਸੀ। ਮੈਡੀਕਲ ਜਾਂ ਇੰਜੀਨੀਅਰ ਕਾਲਜਾਂ ਵਿੱਚ 10ਵੀਂ ਦੀ ਪ੍ਰੀਖਿਆ ਦੇ ਅੰਕਾਂ ਦੇ ਆਧਾਰ 'ਤੇ ਹੀ ਦਾਖਲਾ ਮਿਲਦਾ ਸੀ। ਸਾਡੇ 'ਚੋਂ ਕਈ ਹਿਊਮੈਨਿਟੀਜ਼ ਵਰਗ ਚੁਣ ਲੈਂਦੇ ਸਨ, ਜਿਸ ਤੋਂ ਬਾਅਦ ਕਰੀਅਰ ਬਣਾਉਣ ਲਈ ਸਿਵਲ ਸੇਵਾਵਾਂ ਜਾਂ ਫਿਰ ਅਧਿਐਨ ਦੇ ਕਿੱਤੇ ਦੀ ਚੋਣ ਕਰਨੀ ਪੈਂਦੀ ਸੀ। ਉਚੇਰੀ ਸਿੱਖਿਆ ਲਈ ਵਿਦਿਆਰਥੀਆਂ ਦੀ ਸੰਖਿਆ ਦੇ ਲਿਹਾਜ਼ ਤੋਂ ਸਿੱਖਿਆ ਸੰਸਥਾਵਾਂ ਦੀ ਗਿਣਤੀ ਉਦੋਂ ਬਹੁਤੀ ਨਹੀਂ ਹੁੰਦੀ ਸੀ। ਦੇਸ਼ ਦੀ ਕੁੱਲ ਆਬਾਦੀ ਤਕਰੀਬਨ 34 ਕਰੋੜ ਸੀ ਅਤੇ ਹੁਣ 130 ਕਰੋੜ, 100 ਕਰੋੜ ਤੋਂ ਉੱਪਰ ਚਲੀ ਗਈ ਦਾ ਮਤਲਬ, ਜੋ ਹੁਣ ਵੱਧ ਕੇ 140 ਕਰੋੜ ਹੋ ਚੁੱਕੇ। 140 ਕਰੋੜ ਅੱਜ ਕੱਲ੍ਹ ਜਦੋਂ ਪ੍ਰਧਾਨ ਮੰਤਰੀ ਬੋਲੇ ਸੀ ਕਹਿੰਦੇ 130 ਕਰੋੜ। ਅਤੇ ਇਸ ਦਾ ਵੱਡਾ ਹਿੱਸਾ ਦਿਹਾਤੀ ਖੇਤਰਾਂ ਵਿੱਚ ਵੱਸਦਾ ਸੀ, ਜਿਸ ਦੀ ਸਿੱਖਿਆ ਤੱਕ ਪਹੁੰਚ ਨਾ ਮਾਤਰ ਜਾਂ ਬਿਲਕੁਲ ਹੀ ਨਹੀਂ ਸੀ। ਸਿੱਟੇ ਵਜੋਂ ਥੋੜ੍ਹੀ ਜਿਹੀ ਸਿੱਖਿਆ ਹਾਸਲ ਕਰਨ ਵਾਲੇ ਸ਼ਖਸ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਸੀ। ਸ਼ੁਰੂ ਦੇ ਕੁਝ ਸਾਲਾਂ ਮਗਰੋਂ ਜਦੋਂ ਹੌਲੀ ਹੌਲੀ ਜਨਤਕ ਖੇਤਰ ਵਿੱਚ ਇਸ ਪਿੜ ਵਿੱਚ ਨਿੱਤਰ ਕੇ ਸਾਹਮਣੇ ਆਇਆ ਤਾਂ ਪ੍ਰੋਫੈਸ਼ਨਲ ਅਤੇ ਹੁਨਰਮੰਦ ਕਿਰਤ ਸ਼ਕਤੀ ਲਈ ਨਵਾਂ ਰਾਹ ਖੁੱਲ੍ਹ ਗਿਆ। ਪ੍ਰਾਈਵੇਟ ਖੇਤਰ ਦਿੱਲੀ, ਮੁੰਬਈ, ਅਹਿਮਦਾਬਾਦ, ਕਲਕੱਤਾ, ਹੈਦਰਾਬਾਦ ਅਤੇ ਚੇਨਈ ਜਿਹੇ ਕੁਝ ਮਹਾਨਗਰਾਂ ਤੱਕ ਮਹਿਦੂਦ ਸੀ। ਸ਼ਹਿਰਾਂ ਅਤੇ ਕਸਬਿਆਂ ਵਿੱਚ ਦਰਮਿਆਨੀਆਂ ਸਨਅਤਾਂ ਖੁੱਲ੍ਹਣ ਲੱਗੀਆਂ ਅਤੇ ਕੁਝ ਕੁ ਇੰਜੀਨੀਅਰ ਅਤੇ ਮੈਨੇਜਮੈਂਟ ਗ੍ਰੈਜੂਏਟ ਇਹਨਾਂ ਖੇਤਰਾਂ ਵਿੱਚ ਜਾਣ ਲੱਗੇ। ਮਹਿਮਾਨ ਨਵਾਜੀ ਖੇਤਰ ਤੇਜ਼ੀ ਨਾਲ ਚਮਕਿਆ ਅਤੇ ਇਹ ਨੌਜਵਾਨਾਂ ਦਾ ਪਸੰਦੀਦਾ ਟਿਕਾਣਾ ਬਣ ਗਿਆ। ਸ਼ਹਿਰ ਅਤੇ ਕਸਬਿਆਂ ਦੀ ਵਿਵਸਥਾ ਠੀਕ ਠਾਕ ਚੱਲ ਰਹੀ ਸੀ ਕਿਉਂਕਿ ਦਿਹਾਤੀ ਖੇਤਰਾਂ ਤੋਂ ਪਲਾਇਨ ਅਜੇ ਸ਼ੁਰੂ ਨਹੀਂ ਹੋਇਆ ਸੀ। ਸੋ ਆਹ ਇੱਕ ਗੌਰ ਕਰਨ ਵਾਲੀ ਗੱਲ। ਉਹ ਕਹਿੰਦੇ ਕਿ ਬਿਲਕੁਲ ਸ਼ਹਿਰ ਅਤੇ ਪਿੰਡ ਬਿਲਕੁਲ ਠੀਕ ਚੱਲ ਰਹੇ ਸੀ ਕਿਉਂਕਿ ਪਿੰਡਾਂ ਤੋਂ ਅਜੇ ਪਲਾਇਨ ਸ਼ੁਰੂ ਨਹੀਂ ਹੋਇਆ ਸੀ। ਸ਼ਹਿਰਾਂ ਅਤੇ ਕਸਬਿਆਂ ਦਾ ਵਿਵਸਥਾ ਠੀਕ ਠਾਕ ਚੱਲ ਰਹੀ ਸੀ ਕਿਉਂਕਿ ਦਿਹਾਤੀ ਖੇਤਰਾਂ ਤੋਂ ਪਲਾਇਨ ਅਜੇ ਸ਼ੁਰੂ ਨਹੀਂ ਹੋਇਆ ਸੀ। ਖੇਤੀਬਾੜੀ ਦਿਹਾਤੀ ਵਸੋਂ ਦੇ ਜੀਵਨ ਦਾ ਮੁੱਖ ਜ਼ਰੀਆ ਸੀ
ਅਤੇ ਛੋਟੀਆਂ ਜੋਤਾਂ ਵਾਲੇ ਲੋਕ ਵੀ ਇਸ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨ, ਕਿਉਂਕਿ ਉਹਨਾਂ ਕੋਲ ਰੋਜੀ ਰੋਟੀ ਦਾ ਇਹ ਇੱਕਮਾਤਰ ਹੁਨਰ ਸੀ। ਖੇਤੀਬਾੜੀ ਅਤੇ ਕਿਸਾਨੀ, ਲੁਹਾਰ, ਤਰਖਾਣ, ਮਿਸਤਰੀ ਅਤੇ ਹੱਥੀਂ ਕੰਮ ਕਰਨ ਵਾਲੇ ਮਜ਼ਦੂਰ ਨਿਰਭਰ ਸਨ। ਇਹ ਸਾਰੇ ਤਬਕੇ ਇੱਕ ਇਕਾਈ ਵਜੋਂ ਕੰਮ ਕਰਦੇ ਸਨ ਅਤੇ ਕਿਸਾਨ ਫਸਲਾਂ ਦੀ ਬਿਜਾਈ ਅਤੇ ਕਟਾਈ ਦੇ ਸਮੇਂ 2 ਵਾਰ ਇਹਨਾਂ ਨੂੰ ਮਿਹਨਤਨਾਮਾ ਦਿੰਦੇ ਸਨ। ਬਟਾਈ ਪ੍ਰਣਾਲੀ ਅਜੇ ਤਾਈਂ ਚੱਲ ਰਹੀ ਸੀ। ਅੱਜ ਕਿਸੇ ਨੂੰ ਇਹ ਕਲਪਨਾ ਲੋਕ ਦੀ ਗੱਲ ਜਾਪ ਸਕਦੀ ਹੈ। ਅੱਜ ਲੱਗਦਾ ਐਂ ਕਿਵੇਂ ਹੋ ਸਕਦਾ, ਪੈਸੇ ਤੋਂ ਬਿਨਾਂ ਵੀ ਕੰਮ ਕਿਵੇਂ ਚੱਲਦਾ ਹੋਊਗਾ। ਪਰ ਇਹ ਸੱਚ ਹੈ ਕਿ ਉਹਨਾਂ ਸਮਿਆਂ ਵਿੱਚ ਇੰਨੀ ਜ਼ਿਆਦਾ ਗੈਰ ਬਰਾਬਰੀ ਨਹੀਂ ਸੀ। ਸ਼ਹਿਰਾਂ ਵਿੱਚ ਝੌਂਪੜ ਪੱਟੀਆਂ ਜਾਂ ਝੁੱਗੀਆਂ ਨਹੀਂ ਸਨ, ਹਾਲਾਂਕਿ ਵੱਖੋ ਵੱਖਰੀ ਆਰਥਿਕ ਦਰਜੇ ਵਾਲੇ ਤਬਕੇ ਮੌਜੂਦ ਸਨ। ਪਰ ਜ਼ਿੰਦਗੀ ਬਹੁਤ ਸਾਧ ਮੁਰਾਦੀ ਜੀ ਸੀ ਅਤੇ ਗੈਰ ਬਰਾਬਰੀਆਂ ਨਜ਼ਰ ਆਉਂਦੀਆਂ ਸਨ। ਹਰੀ ਕ੍ਰਾਂਤੀ ਨੇ ਸ਼ੁਰੂ ਵਿੱਚ ਖੇਤੀਬਾੜੀ ਨੂੰ ਵੱਡਾ ਹੁਲਾਰਾ ਦਿੱਤਾ, ਪਰ ਇਹ ਬਹੁਤੀ ਦੇਰ ਨਾਲ ਚੱਲ ਸਕਿਆ, ਕਿਉਂਕਿ ਖੇਤੀਬਾੜੀ ਉਤਪਾਦਨ ਦੀ ਦਰ ਨਾਲੋਂ ਆਬਾਦੀ ਦਾ ਵਾਧਾ ਜ਼ਿਆਦਾ ਤੇਜ਼ੀ ਨਾਲ ਹੋ ਰਿਹਾ ਸੀ। ਹੌਲੀ ਹੌਲੀ ਖੇਤੀ ਜੋਤਾਂ ਅਤੇ ਆਮਦਨ ਵਿੱਚ ਕਮੀ ਨਜ਼ਰ ਆਉਣ ਲੱਗੀ। ਪੇਂਡੂ ਨੌਜਵਾਨ ਸ਼ਹਿਰਾਂ ਵਿੱਚ ਨੌਕਰੀਆਂ ਦੀ ਤਲਾਸ਼ ਕਰਨ ਲੱਗੇ। ਸਭ ਤੋਂ ਪਹਿਲਾਂ ਗੈਰ ਹੁਨਰਮੰਦ ਕਾਮੇ ਬਾਹਰ ਆਏ ਅਤੇ ਫੈਕਟਰੀਆਂ ਵਿੱਚ ਕੰਮ ਕਰਨ ਲੱਗੇ। ਉਹਨਾਂ ਤੋਂ ਬਾਅਦ ਅਰਧ ਹੁਨਰਮੰਦ ਕਾਮੇ ਆਉਣ ਲੱਗੇ ਅਤੇ ਸ਼ਹਿਰੀ ਖੇਤਰ ਵਿੱਚ ਉਹਨਾਂ ਦੀ ਤਾਦਾਦ ਵਧਣ ਲੱਗੀ। ਉਹਨਾਂ 'ਚੋਂ ਕੁਝ ਨੂੰ ਨੌਕਰੀਆਂ ਮਿਲ ਗਈਆਂ, ਜਦੋਂ ਕਿ ਬਾਕੀ ਰਹਿ ਗਏ। ਪਿੰਡਾਂ ਵਿੱਚ ਜ਼ਿੰਦਗੀ ਔਖੀ ਹੋਣ ਨਾਲ ਪਲਾਇਨ ਹੋਰ ਤੇਜ਼ ਹੋ ਗਿਆ ਅਤੇ ਸ਼ਹਿਰਾਂ ਦਾ ਬੁਨਿਆਦੀ ਢਾਂਚਾ ਇੱਕ ਬੋਝ ਸਹਾਰਨ ਦੇ ਅਸਮਰੱਥ ਹੋ ਗਿਆ। ਆਬਾਦੀ ਦੀ ਤੇਜ਼ ਰਫ਼ਤਾਰ ਅਤੇ ਪਲਾਇਨ ਕਰਕੇ ਝੌਂਪੜ ਪੱਟੀਆਂ ਉੱਗਣ ਲੱਗ ਪਈਆਂ। ਅਪਰਾਧ, ਬਿਮਾਰੀਆਂ ਦੀ ਅਲਾਮਤ ਵਧਣ ਲੱਗੀ ਅਤੇ ਗਰੀਬੀ ਅਤੇ ਲਾਚਾਰੀ ਦੇ ਕਰੂਪ ਅਮਾਨਵੀ ਚਿਹਰੇ ਸਾਹਮਣੇ ਆਉਣ ਲੱਗੇ। ਲੋਕ ਵੋਟ ਬੈਂਕ ਵਜੋਂ ਚੁਣਾਵੀ ਮੰਤਵਾਂ ਲਈ ਵਰਤੇ ਜਾਣ ਵਾਸਤੇ ਸਿਆਸੀ ਪਾਰਟੀਆਂ ਦੇ ਚੁੰਗਲ ਵਿੱਚ ਫਸ ਗਏ। ਸਿੱਖਿਆ ਢਾਂਚਾ, ਖਾਸ ਕਰ ਦਿਹਾਤੀ ਭਾਰਤ ਅੰਦਰ ਸਮੇਂ ਦੇ ਹਾਣ ਦਾ ਨਾ ਬਣ ਸਕਿਆ। ਸਿੱਖਿਆ ਸੰਸਥਾਵਾਂ ਦਾ ਕੰਮ ਨਵੀਨਤਮ ਤਕਨੋਲੋਜੀ ਸਹਿਤ ਕੰਮ ਕਰਨ ਦੇ ਯੋਗ ਹੁਨਰਮੰਦ ਪ੍ਰੋਫੈਸ਼ਨਲ ਪੈਦਾ ਕਰਨਾ ਹੀ ਨਹੀਂ ਹੁੰਦਾ, ਸਗੋਂ ਅਜਿਹੇ ਵਿਦਿਆਰਥੀਆਂ ਦਾ ਪੈਦਾ ਕਰਨਾ ਹੋਣਾ ਚਾਹੀਦਾ ਜਿਨ੍ਹਾਂ ਅੰਦਰ ਸੋਚਣ ਦੀ ਸਮਰੱਥਾ ਹੋ ਸਕੇ। ਪਰ ਅੱਗੇ ਚੱਲ ਕੇ ਜੋ ਕੁਝ ਨਿਕਲਿਆ ਉਹ ਸਨ ਰੱਟਾ ਮਾਰਕਾ ਸਕੂਲ ਅਤੇ ਕੁਝ ਕੁ ਨੂੰ ਛੱਡ ਕੇ ਨੀਵੇਂ ਮਿਆਰ ਵਾਲੀਆਂ ਢੇਰ ਸਾਰੀਆਂ ਸੰਸਥਾਵਾਂ। ਵਿੱਦਿਆ ਦਾ ਹੀ ਵਪਾਰ ਬਣਾਇਆ ਸੀ ਫਿਰ। ਇਹ ਗੱਲ ਅੱਜ ਵੀ ਪੂਰੀ ਢੁਕਦੀ ਹੈ। ਇਸ ਵਿੱਚ ਬਦਲਾਅ ਲਿਆਉਣ ਲਈ ਅਜਿਹੇ ਅਧਿਆਪਕ ਦਰਕਨਾਰ ਹਨ ਜੋ ਬੱਚਿਆਂ ਦੀ ਇਸ ਰੁਚੀ ਨੂੰ ਨਿਖਾਰ ਸਕਦੇ ਹੋਣ। ਸਾਡੀਆਂ ਯੂਨੀਵਰਸਿਟੀਆਂ ਅੰਦਰ ਉੱਚ ਮਿਆਰੀ ਅਧਿਆਪਕਾਂ ਅਤੇ ਖੋਜ ਸੁਵਿਧਾਵਾਂ ਦੀ ਲੋੜ ਹੈ। ਨੋਬਲ ਪੁਰਸਕਾਰ ਜੇਤੂ ਅਤੇ ਚੋਟੀ ਦੇ ਅਹਿਲਕਾਰਾਂ 'ਚੋਂ ਜ਼ਿਆਦਾ ਗਿਣਤੀ ਵਿਕਸਿਤ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਤੋਂ ਹੁੰਦੇ ਹਨ। ਜਦੋਂ ਮੈਂ UPSC 2002-2007 ਵਿੱਚ ਸਾਂ ਤਾਂ ਸਾਨੂੰ ਦੱਸਿਆ ਗਿਆ ਸੀ ਕਿ IITs ਭਾਰਤੀ ਤਕਨਾਲੋਜੀ ਸੰਸਥਾਨ ਵਿੱਚ ਅਧਿਆਪਕਾਂ ਦੀ 30% ਅਸਾਮੀਆਂ ਖਾਲੀ ਹਨ। ਮੈਨੂੰ ਡਰ ਹੈ ਕਿ ਹੁਣ ਜਦੋਂ IIT ਦੀ ਸੰਖਿਆ ਹੋਰ ਵੱਧ ਗਈ ਤਾਂ ਖਾਲੀ ਸਮੇਂ ਸਥਿਤੀ ਬਦਤਰ ਹੋ ਗਈ ਹੋਵੇਗੀ। ਅਧਿਆਪਕਾਂ ਤੋਂ ਬਗੈਰ IIT ਖੋਲ੍ਹਣ ਦਾ ਭਲਾ ਕੀ ਲਾਭ ਹੋਇਆ। ਇਸੇ ਤਰ੍ਹਾਂ ਸਰਬ ਵਿਆਪੀ ਸਿਹਤ ਪ੍ਰਣਾਲੀ ਯਕੀਨੀ ਬਣਾਉਣ ਦੀ ਲੋੜ ਹੈ। ਹੁਣ ਅਸੀਂ ਇੱਥੋਂ ਕਿੱਧਰ ਜਾਵਾਂਗੇ? ਇੱਥੇ ਤੱਕ ਤਾਂ ਆ ਗਏ, ਹੁਣ ਅੱਗੇ ਕਿੱਥੇ ਜਾਵਾਂਗੇ ਕਹਿੰਦੇ। ਇਸ ਗੱਲ ਨੂੰ ਧਿਆਨ 'ਚ ਰੱਖਦੇ ਗੁਰਬਚਨ ਜਗਤ ਲਿਖਦੇ ਨੇ ਕਿ ਹੁਣ ਅਸੀਂ ਇੱਥੋਂ ਕਿੱਧਰ ਜਾਵਾਂਗੇ ਜਦੋਂ ਆਬਾਦੀ ਦੇ 50% ਹਿੱਸੇ ਕੋਲ ਕਣਕ ਚੌਲ ਦੇ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੋਵੇ। ਦੇਸ਼ ਦੀ 50% ਆਬਾਦੀ ਨੂੰ ਮੋਦੀ ਜੀ ਕਹਿੰਦੇ ਅਸੀਂ ਆਟਾ, ਦਾਲ, ਚੌਲ, ਕਣਕ ਦੇ ਕੇ ਢਿੱਡ ਭਰਿਆ। ਮਤਲਬ ਦੇਸ਼ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਕੋਲ ਰੁਜ਼ਗਾਰ ਨਹੀਂ ਹੈ। ਤਾਂ ਇੰਨੀ ਵਿਸ਼ਾਲ ਆਬਾਦੀ ਹੁਣ ਡੈਮੋਗ੍ਰਾਫੀ ਭੂ ਆਬਾਦੀ ਦੇ ਪੱਖ ਤੋਂ ਲਾਭ ਦਾ ਸਬੱਬ ਨਹੀਂ ਰਹਿ ਗਈ। ਅਸੀਂ ਦਰਮਿਆਨੀ ਆਮਦਨ ਵਾਲਾ ਮੁਲਕ ਕਿਵੇਂ ਬਣ ਕੇ ਰਹਿ ਸਕਾਂਗੇ? ਇਸ ਦਾ ਜਵਾਬ ਸਿੱਖਿਆ ਅਤੇ ਸਿਹਤ ਤੋਂ ਮਿਲ ਸਕਦਾ ਹੈ। ਅਸੀਂ ਰਿਆਤਾਂ ਦੇ ਗੱਫੇ ਦੇ ਕੇ ਕਰੋੜਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਨਹੀਂ ਕੱਢ ਸਕਾਂਗੇ, ਜਿਵੇਂ ਕਿ ਸਾਰੀਆਂ ਸਿਆਸੀ ਪਾਰਟੀਆਂ ਦੌੜ 'ਚ ਸ਼ਾਮਲ ਨੇ। ਇਸ ਸਵਾਲ ਦਾ ਜਵਾਬ ਇਸ ਵਿੱਚ ਪਿਆ ਕਿ ਸਾਡੇ ਨੌਜਵਾਨਾਂ ਦੀਆਂ ਸਮਰੱਥਾਵਾਂ ਅਤੇ ਸਾਡੇ ਕਾਰੋਬਾਰੀ ਆਗੂਆਂ ਦੇ ਅਨੁਭਵ ਦਾ ਇਸਤੇਮਾਲ ਕੀਤਾ ਜਾਵੇ। ਜਦੋਂ ਤੱਕ ਸਾਡੇ ਬਹੁਤੇ ਨੌਜਵਾਨ ਆਪਣੇ ਕਿੱਤੇ ਅਤੇ ਜ਼ਿੰਦਗੀ ਨੂੰ ਸੰਵਾਰਨ ਲਈ ਵਿਦੇਸ਼ੀ ਸਰਜ਼ਮੀਨਾਂ ਵੱਲ ਤੱਕਦੇ ਰਹਿਣਗੇ, ਤਦ ਤੱਕ ਸਾਡੀ ਲੀਡਰਸ਼ਿਪ ਸਾਨੂੰ ਨਾਕਾਮ ਕਰਦੀ ਰਹੇਗੀ। ਦਿਮਾਗੀ ਸ਼ਕਤੀ ਦਾ ਨਿਕਾਸ ਜਾਰੀ ਰਹੇਗਾ। ਅਸੀਂ ਠੇਡੇ ਖਾਂਦੇ ਰਹਾਂਗੇ। G7 ਮੁਲਕਾਂ ਦੇ ਆਧੁਨਿਕ ਅਰਥਚਾਰੀਆਂ ਦੀ ਨੀਂਹ ਦੁਨੀਆ ਦੀਆਂ ਬਿਹਤਰੀਨ ਵਿਦਿਅਕ ਸੰਸਥਾਵਾਂ 'ਤੇ ਟਿਕੀ ਹੋਈ ਹੈ, ਜੋ ਦੁਨੀਆ ਦੇ ਰੋਸ਼ਨ ਅਤੇ ਹੋਣਹਾਰ ਦਿਮਾਗਾਂ ਨੂੰ ਖਿੱਚ ਪਾਉਣ ਦੇ ਯੋਗ ਨੇ। ਇਸੇ ਕਰਕੇ ਉਹਨਾਂ ਕੋਲ ਬਿਹਤਰੀਨ ਤਕਨੀਕਾਂ, ਬਿਹਤਰੀਨ ਸਿੱਖਿਆ ਅਤੇ ਸਿਹਤ ਸੰਭਾਲ ਪ੍ਰਣਾਲੀ ਹੈ। ਅਸੀਂ ਵਿਦੇਸ਼ਾਂ ਵਿੱਚ ਸਫਲਤਾ ਦੇ ਝੰਡੇ ਗੱਡਣ ਵਾਲੇ ਸਾਡੇ ਨੌਜਵਾਨਾਂ ਦਾ ਸਹਾਰਾ ਭਾਲਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਹ ਨਹੀਂ ਸਮਝਦੇ ਕਿ ਅਸਲ ਵਿੱਚ ਇਹ ਉਹ ਵਿਦਿਅਕ ਸੰਸਥਾਵਾਂ, ਖੋਜ ਸੁਵਿਧਾਵਾਂ ਅਤੇ ਕੰਮ ਦਾ ਮਾਹੌਲ ਹੁੰਦਾ ਹੈ ਜਿਸ ਵਿੱਚ ਪ੍ਰਵਾਸੀ ਹੋਣ ਦੇ ਬਾਵਜੂਦ ਇਹ ਵਿਦਿਆਰਥੀ ਇਹ ਪ੍ਰਾਪਤੀਆਂ ਕਰਨ ਦੇ ਯੋਗ ਬਣਦੇ ਨੇ। ਸੋ ਸਾਨੂੰ ਆਪਣੇ ਸੰਸਥਾਵਾਂ ਨੂੰ ਉਸ ਸਥਾਨ ਦੇ ਬਣਾਉਣਾ ਪੈਣਾ। ਅਖੀਰ 'ਚ ਆਪਣੀ ਗੱਲ ਸਮੇਟਦਿਆਂ
ਗੁਰਬਚਨ ਜਗਤ ਲਿਖਦੇ ਨੇ, ਅਜਿਹਾ ਕਿਉਂ ਹੈ ਕਿ ਸਾਡੇ ਨੌਜਵਾਨ ਉਦਮੀ ਲਾਲ ਫੀਤਾਸ਼ਾਹੀ ਦੇ ਚੱਕਰ ਵਿੱਚ ਫਸੇ ਰਹਿੰਦੇ ਹਨ ਅਤੇ ਇੰਜ ਉਹਨਾਂ ਦੀ ਸਾਰੀ ਰਚਨਾਤਮਕਤਾ ਦਮ ਤੋੜ ਜਾਂਦੀ ਹੈ। ਕਿਉਂ ਉਹਨਾਂ ਨੂੰ ਲਾਇਸੈਂਸ ਲੈਣ ਲਈ ਕਤਾਰਾਂ ਵਿੱਚ ਖੜਨਾ ਤੇ ਖੜੇ ਹੀ ਰਹਿਣਾ ਪੈਂਦਾ ਹੈ। ਸਰਕਾਰ ਦੀ ਭੂਮਿਕਾ ਹਰ ਰਾਹ ਸਾਫ਼ ਕਰਨ ਵਾਲੀ ਹੋਣੀ ਚਾਹੀਦੀ ਹੈ। ਕੀ ਨੌਕਰਸ਼ਾਹੀ ਤੇ ਸਿਆਸੀ ਆਗੂਆਂ ਨੂੰ ਲੋੜੀਂਦਾ ਮਾਹੌਲ ਤਿਆਰ ਕਰਨ ਲਈ ਮਦਦ ਨਹੀਂ ਦੇਣੀ ਚਾਹੀਦੀ? ਇਸ ਲਈ ਕਿਸੇ ਬਜਟ ਦੀ ਲੋੜ ਨਹੀਂ ਪੈਂਦੀ, ਸਗੋਂ ਚੰਗਾ ਕੰਮ ਕਰਨ ਦੀ ਲੋੜ ਹੈ। ਨੌਜਵਾਨ ਉਹ ਬੁਨਿਆਦ ਹੁੰਦੇ ਹਨ ਜਿਸ ਉੱਪਰ ਦੇਸ਼ ਦਾ ਨਿਰਮਾਣ ਕੀਤਾ ਜਾਂਦਾ ਹੈ ਅਤੇ ਇਹ ਬੁਨਿਆਦ ਸਿੱਖਿਆ, ਸਿਹਤ ਅਤੇ ਹੌਸਲੇ ਨਾਲ ਪੱਕੀ ਬਣਦੀ ਹੈ। ਇੱਕ ਦਿਨ ਮੈਂ ਕਿਸੇ ਵਿਦੇਸ਼ੀ ਚੈਨਲ 'ਤੇ ਤਾਈਵਾਨ ਦੀ ਇੱਕ ਪ੍ਰਮੁੱਖ ਸੈਮੀਕੰਡਕਟਰ ਕੰਪਨੀ ਦੇ CEO ਦੀ ਇੰਟਰਵਿਊ ਸੁਣ ਰਿਹਾ ਸੀ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਦੁਨੀਆ ਦਾ ਬਿਹਤਰੀਨ ਸੈਮੀਕੰਡਕਟਰ ਤਿਆਰ ਕਰਨ ਦਾ ਰਾਜ ਕੀ ਹੈ, ਤਾਂ ਉਸ ਦਾ ਦੋ ਟੁਕ ਜਵਾਬ ਸੀ, ਸਿੱਖਿਆ। ਸਕੂਲ ਤੋਂ ਲੈ ਕੇ ਉੱਪਰ ਤੱਕ ਸਿੱਖਿਆ। ਉਸ ਦੀ ਇੰਟਰਵਿਊ ਸੁਣ ਕੇ ਆਪਣੇ ਸ਼ਹਿਰ ਜਾਂ ਪਿੰਡ ਦੇ ਨੇੜਲੇ ਸਰਕਾਰੀ ਸਕੂਲਾਂ ਵਿੱਚ ਜਾ ਕੇ ਦੇਖੋ ਤਾਂ ਤੁਹਾਨੂੰ ਵਿਦੇਸ਼ਾਂ ਵੱਲ ਪਲਾਇਨ ਕਰ ਰਹੇ ਸਾਡੇ ਅੰਡਰ ਗ੍ਰੈਜੂਏਟਾਂ ਦਾ ਕਾਰਨ ਪਤਾ ਚੱਲ ਜਾਵੇਗਾ। ਇਸ ਦੀ ਅਣਹੋਂਦ ਵਿੱਚ ਭਾਵੇਂ ਅਸੀਂ GDP, ਮਹਿੰਗਾਈ, ਵਿਦੇਸ਼ੀ ਮੁਦਰਾ ਭੰਡਾਰ ਆਦਿ ਦੇ ਕਿੰਨੇ ਵੀ ਅੰਕੜਿਆਂ ਦੇ ਹਵਾਲੇ ਦਿੰਦੇ ਰਹੀਏ, ਪਰ ਉਹ ਬੇਰੁਜ਼ਗਾਰਾਂ ਅਤੇ ਪੜ੍ਹੇ ਲਿਖੇ ਜਾਂ ਅਨਪੜ੍ਹ ਨੌਜਵਾਨਾਂ ਲਈ ਮਹਿਜ ਖੋਖਲੇ ਸ਼ਬਦ ਹਨ। ਨਵੇਂ ਭਾਰਤ ਲਈ ਸਾਨੂੰ ਇੱਕ ਸਿੱਖਿਅਤ, ਸਿਹਤਮੰਦ ਅਤੇ ਚੇਤਨ ਨੌਜਵਾਨ ਪੈਦਾ ਕਰਨ ਅਤੇ ਇੱਕ ਨਵੇਂ ਦ੍ਰਿਸ਼ਟੀਕੋਣ ਅਤੇ ਨਵੇਂ ਸੰਕਲਪ ਦੀ ਲੋੜ ਹੈ। ਅਜਿਹੇ ਨੌਜਵਾਨ ਹੀ ਸਾਨੂੰ ਦੁਨੀਆ ਦੇ ਮੰਚ 'ਤੇ ਆਪਣਾ ਸਹੀ ਮੁਕਾਮ ਦਿਵਾ ਸਕਦੇ ਨੇ। ਮੁੱਕਦੀ ਗੱਲ ਇਹ ਹੈ ਕਿ ਸਾਨੂੰ ਸਿਹਤ ਅਤੇ ਸਿੱਖਿਆ ਦੀ ਉਤਸ਼ਾਹੀ ਅਤੇ ਤਫਸੀਲੀ ਯੋਜਨਾ ਬਣਾਉਣ ਦੀ ਲੋੜ ਹੈ ਅਤੇ ਨਾਲ ਹੀ ਸਾਨੂੰ FDR ਅਮਰੀਕੀ ਰਾਸ਼ਟਰਪਤੀ ਫਰੈਡਰਿਕ ਡੀ ਰੂਜ਼ਵੈਲਟ ਦੀ ਨਿਊ ਡੀਲ ਦੀ ਤਰਜ਼ 'ਤੇ ਕੌਮੀ ਪੱਧਰ 'ਤੇ ਬੁਨਿਆਦੀ ਢਾਂਚੇ ਦੀ ਇੱਕ ਬਹੁਤ ਹੀ ਉਤਸ਼ਾਹੀ ਯੋਜਨਾ ਬਣਾਉਣ ਦੀ ਲੋੜ ਹੈ, ਜਿਸ ਨਾਲ ਕਰੋੜਾਂ ਨੌਕਰੀਆਂ ਪੈਦਾ ਹੋ ਸਕਣ ਅਤੇ ਵਿਕਾਸ ਦੇ ਮਾਰਗ 'ਤੇ ਵੱਡੀ ਪਲਾਂਘ ਭਰੀ ਜਾ ਸਕੇ। ਆਪਣੀ ਗੱਲ ਮੈਂ FDR ਦੇ ਕਥਨ ਨਾਲ ਹੀ ਖਤਮ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਕਿਹਾ ਸੀ, ਅਸੀਂ ਹਰ ਵਾਰ ਆਪਣੇ ਨੌਜਵਾਨਾਂ ਲਈ ਭਵਿੱਖ ਨਹੀਂ ਬਣਾ ਸਕਦੇ, ਪਰ ਅਸੀਂ ਭਵਿੱਖ ਲਈ ਆਪਣੇ ਨੌਜਵਾਨ ਤਿਆਰ ਕਰ ਸਕਦੇ ਹਾਂ। ਸੋ ਜਨਾਬ, 75ਵੇਂ ਆਜ਼ਾਦੀ ਉਤਸਵ ਮਨਾ ਲਏ, ਪਰ ਨੌਜਵਾਨਾਂ ਨੂੰ ਭਵਿੱਖ ਦੇ ਲਈ ਤਿਆਰ ਤਾਂ ਕਰੋ। ਇਹ ਜ਼ਿੰਮੇਵਾਰੀਆਂ ਤੋਂ ਭੱਜੋ ਨਾ। ਸੋ ਇਸ ਲਈ ਇਹ ਖਾਸ ਲਿਖਤਾਂ ਲੈ ਕੇ ਤੁਹਾਡੇ ਕੋਲ ਹਾਜ਼ਰ ਸੀ। ਫਿਰ ਪਰਤਾਂਗੇ, ਤੁਸੀਂ ਜੁੜੇ ਰਹੋ ਵਿਜ਼ਨ ਪੰਜਾਬ TV ਦੇ ਨਾਲ। ਹਰ ਕਦਮ ਤੁਹਾਡੇ ਨਾਲ।